ਆਪ ਮਾੜਾ ਮਾੜਾ ਬੰਦਾ ਜਿਹੜਾ ਉਹਨੂੰ ਡੰਗਰ ਖਾ ਜਾਂਦਾ ਤੇ ਜਿਹੜਾ ਤਗੜਾ ਉਹ ਡੰਗਰ ਨੂੰ ਖਾ ਜਾਂਦਾ। ਜ਼ਿੰਦਾਬਾਦ। ਜ਼ਿੰਦਗੀ ਇਹੋ ਹੀ ਪਰਦੇਸ ਤੇ ਪਰਦੇਸ ਹੀ ਬਾਹਰ ਤੇ ਉਹਨੂੰ ਭਾਈ ਇੱਥੇ ਰਹਿ ਕੇ ਮਿਹਨਤ ਕਰੀਏ ਤੇ ਅੱਲਾਹ ਨੂੰ ਦਿੰਦਾ ਕਿ ਨਹੀਂ ਦਿੰਦਾ। ਰੱਬ ਦੀ ਜ਼ਾਤ ਰੋਟੀ रोज़ का वारस है। बिस्मिल्लाहिर्रहमानिर्रहीम अस्सलामु अलैकुम। फार्मिंग टिप्स में शाहद अली अवान की जानिब से खुश आमदीद। नाजरीन, आज आपकी मुलाकात एक ऐसे फार्मर से करवाई जाएगी जिन्होंने 3-4 जानवरों से स्टार्ट लिया और इस वक्त उनके पास माशाल्लाह 32 के करीब जानवर हैं। तो चलें इनसे मिलते हैं और इनकी कामयाबी के राज जानने की कोशिश करते हैं। अस्सलाम वालेकुम बुजुर्गो, की नाम है अपना? खादम हुसैन। पिंड केड़ा अपना? कोट राजकौर। अच्छा, ये दसो तुहां किन्ने डंगर रखे ने? डंगर है ही रतली पत्ती ते गावां किन्नियां ने ते मज्झां किन्नियां ने? 4 गाइयां मज्झां ने ते बाकी गाइयां वच्छियां टाले मिले। ठीक है। ते इन्ने जानवरां वास्ते तुहां जेड़ा ढारा वगैरह किन्ना क बनाया होवे, किन्ना क लम्मा चौड़ा हुंदा है? धारा बनाया पैली दे विच कोई 1 कनाल ते 5 मरले दा है। ठीक हो गया। मेरा कारोबार है कैसा? ਇਹ ਕਾਰੋਬਾਰ ਹੈ ਨਾ ਜਿਹੜਾ ਉਹ ਇਸ ਤਰ੍ਹਾਂ ਦਾ ਵੀ ਜਿਸ ਬੰਦੇ ਨੇ ਕੀਤਾ ਨਹੀਂ ਨਾ ਉਹ ਜਦੋਂ ਇਸ ਕਾਰੋਬਾਰ ਨੂੰ ਵੇਖੇਗਾ ਨਾ ਉਹ ਆਖੇਗਾ ਇਹਦੇ ਚ ਬੜਾ ਉਲ ਹੈ। ਜਿਸ ਨਹੀਂ ਨਾ ਕੀਤਾ ਤੁਹਾਂ ਨਹੀਂ ਕੀਤਾ ਤੁਹਾਨੂੰ ਇਹ ਹੋਏਗਾ ਲੈ ਵੀ ਇਹਨੇ ਡੰਗਰ ਰੱਖੇ ਹੋਇਆ ਦੁੱਧ ਪੀਂਦੇ ਆ ਕਰਦੇ ਉਹ ਕਰਦੇ। ठीक है। ਜਿਸ ਬੰਦੇ ਨੇ ਕੀਤਾ ਹੈ ਨਾ ਉਹ ਮੜੋਰ ਕਿਸੇ ਕੰਮ 'ਚ ਪੈ ਗਿਆ ਉਹਨੇ ਆਖਣਾ ਪਿਆ ਪਾਗਲ ਨੇ। ਉਹਨਾਂ ਕਹਿਣਾ ਪਾਗਲ ਨੇ। अच्छा। ਕਿਉਂ ਦਿਨ ਪਰ ਰਾਜੂ ਲੱਗਿਆ ਰਹਿਣਾ ਤੇ ਫਿਰ ਪਾਗਲ ਹੀ ਕਹਿਣਾ ਨਾ ਜਿਸ ਕੀਤਾ ਉਹਨੂੰ ਤੇ ਪਤਾ ਸਾਰਾ ਵੀ ਜੋ ਨਹੀਂ ਕਾਉਂਦਾ ਨੇ ਜੋ ਵੀ ਹਿਸਾਬ ਕਿਤਾਬ। बिल्कुल ਸਮਝਿਆ ਜੀ। बिल्कुल। ਤੇ ਜਿਸ ਨਹੀਂ ਕੀਤਾ ਉਹਨੂੰ ਉਹ ਲੈ ठीक ਕੋਈ ਐਨੇ ਡੰਗਰ ਰੱਖਿਆ ਪਤਾ ਨਹੀਂ ਕਿੰਨਾ ਕੁ ਦੁੱਧ ਹੋ ਜਾਂਦਾ ਕਿੰਨੀ ਆਉਂਦਣ ਕਿੰਨੀ ਨਹੀਂ। ਇਹਨਾਂ ਦੀ ਰੌਲਾ ਗੱਲ ਕੋਈ ਨਹੀਂ। ਮਾਲ ਜਿਹੜਾ ਵੇ ਜਿਹੜਾ ਗਰੀਬ ਬੰਦਾ ਹੈ ਤੇ ਅਮੀਰ ਬੰਦਾ ਹੈ ਉਹਨਾਂ ਦੋਵਾਂ ਦਾ ਕੀ ਫਰਕ ਹੈ ਮਾਲ ਰੱਖਣ ਦਾ? ਫਰਕ ਜੋ ਪੱਲੇ ਮਾਲ ਨਾ ਹੋਵੇ, ਪੱਲੇ ਤੁਹਾਡੇ ਮਾਲ ਨਹੀਂ ਡੰਗਰ ਤੁਹਾਂ ਰੱਖੇ ਨੇ, ਅਗਰ ਮਾਲ ਨਹੀਂ ਸ਼ਾਮ ਨੂੰ ਤੁਹਾਡੇ ਕੋਲ ਪੈਸੇ ਹੋਣ ਤੁਸੀਂ ਵੰਡਾ ਵੀ ਪਾਓਗੇ ਪੱਠੇ ਚੰਗੇ ਪਾਓਗੇ ਫਿਰ ਤੇ ਹੋਏਗਾ ਫਾਇਦਾ। ਤੇ ਜਦੋਂ ਤੁਹਾਡੇ ਕੋਲ ਮਾਲ ਨਾ ਹੋਏਗਾ ਤੁਸੀਂ ਵੰਡਾ ਕਿੱਥੋਂ ਲਿਆਓਗੇ, ਕਿੱਥੋਂ ਪਾਓਗੇ ਪੱਠੇ, ਕੀ ਕਰੋਗੇ? ਬਾਹਰ ਹੀ ਫੇਰ ਕੇ ਬੰਨਣੇ। ਉਸ ਗੱਲ ਦਾ ਰਿਜ਼ਲਟ ਜਿਹੜਾ ਬੂਰੀ ਦੱਸਦੇ ਨੇ ਪੇ ਚਮਦਣਾ ਨਹੀਂ ਕੀ ਹੈ ਕਿ ਜਿਹੜਾ ਸਿਰਫ ਆਪਣੇ ਘਰ ਤੁਸੀਂ ਚਾਹ ਚੰਗੀ ਪੀ ਲੈਂਦੇ ਹੋ ਨਾ ਇੰਨਾ ਅਗਰ ਇਹਦੇ ਚ ਮੁਨਾਫਾ ਹੈ। ਜੇ ਤੁਸੀਂ ਕਹੋ ਨਾ ਕਿ ਸਾਡੀ ਲੰਮੀ ਚੌੜੀ ਪ੍ਰੋਫਿਟ ਉਹ ਕੋਈ ਨਹੀਂ, ਕਿਉਂਕਿ ਤੁਸੀਂ ਵੇਖੋਗੇ ਜਾ ਕੇ ਜਿਹੜੇ ਮਰਜ਼ੀ ਅੱਡੇ 'ਚ ਟੁਰ ਜਾਓ। ਹਾਂਜੀ। ਮੱਝ ਹੋਏਗੀ 2.25 ਲੱਖ ਦੀ, ਉੱਥੋਂ ਮੱਝ ਆਣ ਡਈ ਹੋਏਗੀ 3.25 ਲੱਖ ਦੀ। ठीक है। ਲੱਖ ਰੁਪਈਆ ਹਰ ਮੱਝ ਜਿਹੜੀ ਹੈ ਨਾ ਉਹ ਤੁਹਾਨੂੰ ਕਿਸ਼ਤਾਂ ਤੇ ਮਹਿੰਗੀ ਲੈਣੀ ਪੈਂਦੀ ਕਿਉਂਕਿ ਤੁਸੀਂ ਕਿਸ਼ਤਾਂ ਦੇ ਹਿਸਾਬ ਨਾਲ ਪੈਸੇ ਦੇਣੇ ਨੇ ਉਹਨਾਂ ਨੂੰ। ਹਾਂਜੀ। ਭਾਵੇਂ ਉਹਨਾਂ ਨਾਲ ਤੁਸੀਂ 10,000 ਕਰ ਲਓ, 20 ਕਰ ਲਓ, 30 ਕਰ ਲਓ, ਤੁਹਾਡੀ ਆਪਣੀ ਫੇਲ। ठीक है। ਹਾਂ। ਤੇ ਬਿਹਤਰ ਕੀ ਰਹਿੰਦਾ, ਕਿਸ਼ਤਾਂ ਤੇ ਲੈਣਾ ਠੀਕ ਰਹਿੰਦਾ ਜਾਂ ਨਕਦ? ਬਿਹਤਰ ਤੇ ਭਾਜੀ ਉਹੀ ਹੁੰਦਾ ਜੇਬ 'ਚ ਹੋਣ ਤੇ ਮੈਂ ਵੀ ਨਕਦ। ਯਾਨੀ ਇਹ ਕਾਰੋਬਾਰ ਪੱਲੇ ਵਾਲੇ ਦਾ? ਪੱਲੇ ਵਾਲੇ ਦਾ। ਠੀਕ ਹੈ। ਤੁਹਾਡਾ ਇਹਦੇ ਚ ਕਿੰਨਾ ਕੁ 10-20 ਸਾਲ ਦਾ ਤਜਰਬਾ ਤੇ ਹੈ ਹੀ ਹੈ? ਉਹ ਆਹੋ ਤਜਰਬਾ ਤੇ ਹੈ। ਇਹਦੀ ਬੇਸ ਤੇ ਤੁਸੀਂ ਕੀ ਸਮਝਦੇ ਹੋ ਕਿ ਕੀ ਕਰੀਏ ਕਿ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਇਹਦੇ ਚ ਮੁਨਾਫਾ ਨਹੀਂ ਹੋ ਰਿਹਾ, ਕੀ ਕਰੀਏ ਤੇ ਮੁਨਾਫਾ ਹੋਣਾ ਸ਼ੁਰੂ ਹੋਈਏ? ਕਿਹੜੀ ਚੀਜ਼ਾਂ ਤੁਸੀਂ ਸਿੱਖੀਆਂ ਨੇ ਕਿ ਇਹ ਵਾਲੀ ਚੀਜ਼ਾਂ ਕਰ ਲਈ? ਜਿਸ ਤਰ੍ਹਾਂ ਇੱਕ ਤੇ ਹੋ ਗਿਆ ਨਾ ਬੰਦੇ ਦੇ ਪੱਲੇ ਕੁਝ ਹੋਣਾ ਚਾਹੀਦਾ, ਜ਼ਮੀਨ ਆਪਣੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਾਨਵਰ ਦੀ ਨਸਲ ਦੇ ਹਵਾਲੇ ਨਾਲ ਦੱਸੋ ਕਿ ਮੱਝਾਂ ਜ਼ਿਆਦਾ ਠੀਕ ਰਹਿੰਦੀਆਂ ਨੇ ਜਾਂ ਗਾਈਆਂ ਜ਼ਿਆਦਾ ਠੀਕ? ਗਾਈਆਂ ਵੀ ਠੀਕ ਰਹਿੰਦੀਆਂ, ਮੱਝਾਂ ਵੀ ਠੀਕ। ਬਹੁਤੀਆਂ ਠੀਕ ਕਿਹੜੀਆਂ ਨੇ? ਦੇਖੋ ਭਾਜੀ ਗੱਲ ਸੁਣੋ ਮੇਰੀ, ਰੰਗ ਚਿੱਟਾ ਵੀ ਹੋਏ ਨਾ ਤੇ ਮੇਰੇ ਹਾਰ ਕਿਤੇ ਅੜਕਿਆ ਹੋਏ ਤੇ ਉਹ ਫਿਰ ਉਹਨੂੰ ਸੋਹਣਿਆ ਕਿੰਨੇ ਆਖਣਾ, ਤੇ ਰੰਗ ਕਾਲਾ ਵੀ ਹੋਏ ਨਾ ਤੇ ਰੱਤ ਹੋਏ ਤੇ ਸੋਹਣਾ ਹੀ ਲੱਗਦਾ। ਠੀਕ ਹੈ। ਭਾਵੇਂ ਡੰਗਰ ਗਾਈਆਂ ਨੇ ਤੇ ਭਾਵੇਂ ਮੱਝਾਂ ਨੇ, ਉਹਨਾਂ ਦੇ ਉੱਤੇ ਰੱਤ ਹੋਏਗੀ ਨਾ ਤੇ ਉਹ ਸੋਹਣੀਆਂ ਹੋਣਗੀਆਂ ਤੇ ਤੁਹਾਨੂੰ ਵੀ ਕੁਝ ਦੇਣਗੀਆਂ। ਸਹੀ ਹੈ। ਤੁਸੀਂ ਇਹ ਵੇਖੋ ਕੁਰਬਾਨੀ ਵਾਸਤੇ ਵੱਛਾ ਲੈਂਦੇ ਹੋ, ਜੇ ਉਹਦੇ ਹੱਡੀਆਂ ਦੀ ਮੁੱਠ ਹੋਏਗੀ ਤੇ ਤੁਸੀਂ ਵੀ ਉਹਦੇ 15,000 ਹੀ ਲਾਣਾ, ਤੇ ਜੇ ਸੋਹਣਾ ਬਾਵਾ ਹੋਏਗਾ ਨਾ ਰੱਤ ਹੋਏਗੀ ਤੇ ਤੁਸੀਂ 1.25 ਲੱਖ ਦਾ ਵੀ ਲੈ ਕੇ ਕੁਰਬਾਨੀ ਦੇ ਛੱਡਣਾ। ਤੁਸੀਂ ਸ਼ਾਇਦ ਡਿਸਕਸ ਕੀਤਾ ਹੈ ਕਿ ਗਾਈਆਂ 'ਚ ਜ਼ਿਆਦਾ ਫਾਇਦਾ ਰਹਿੰਦਾ ਹੈ, ਇਹਦੇ ਬਾਰੇ 'ਚ ਹੁਣ ਤੁਹਾਡੀ ਕੀ ਰਾਏ ਵੇ? ਹਾਂ, ਗਾਈਆਂ 'ਚ ਫਾਇਦਾ ਰਹਿੰਦਾ ਹੈ, ਰਹਿੰਦਾ ਫਿਰ ਇਸੇ ਤਰ੍ਹਾਂ ਹੀ ਹੈ ਕਿ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਨਾ ਕਿ ਸੇਵਾ ਜਾ ਬਚ ਜਾਂਦੇ। ਸੇਵਾ ਚੰਗੀ ਕਰੋਗੇ, ਗਾਈਆਂ ਦੇ ਬਜਾ ਨੂੰ ਦੁੱਧ ਛੱਡੋਗੇ ਉਹ ਸਾਲ ਦੇ ਵਿੱਚ ਗਾਂ ਨਾਰ ਲਲਦਾ ਹੈ। ਜੇ ਉਹਨੂੰ ਮਾਲ ਪਾਓਗੇ ਤੇ ਦੁੱਧ ਹੋਏਗਾ ਨਾ ਉਹਦੇ, ਤੇ ਜੇ ਮਾਲ ਨਾ ਪਏ ਤੇ ਦੁੱਧ ਪੀਣ ਜੋਗਾ ਨਾ ਹੋਇਆ ਤੇ ਜਾਨ ਤੋਂ ਕਿੱਥੋਂ ਚੱਲਣਾ। ਠੀਕ ਹੈ। ਤੁਹਾਡੇ ਕੋਲ ਜਿਹੜੀਆਂ ਗਾਈਆਂ ਨੇ ਕਿਹੜੀ ਨਸਲ ਦੀਆਂ ਨੇ? ਨਸਲ ਇਹ ਹੀ ਹੈ, ਕਰਾਸ ਹੀ ਨੇ, ਹੋਰ ਨਸਲ ਕਾਦੀ? ਫਰੀਜ਼ਨ ਦੀਆਂ ਨੇ ਤੇ ਸਾਈਵਾਲ ਦੀਆਂ। ਫਰੀਜ਼ੀਅਨ ਤੇ ਸਾਈਵਾਲ ਦਾ ਕਰਾਸ, ਯਾਨੀ ਫਰੀਜ਼ੀਅਨ ਟੀਕਾ ਤੇ ਸਾਈਵਾਲ ਗਾਂ ਦੀ ਬੱਚਾ। ਹਾਂ ਬਸ ਠੀਕ ਹੈ। ਤੇ ਇਹਨਾਂ ਦਾ ਰਿਜ਼ਲਟ ਕੈਸਾ ਹੈ? ਠੀਕ ਹੈ। ਜੋ ਮੌਸਮ ਬਰਦਾਸ਼ਤ ਕਰ ਜਾਂਦੀਆਂ ਨੇ? ਬਹੁਤੀ ਗਰਮੀ ਜਿਹੜੀ ਉਹ ਫਰੀਜ਼ਨ ਦੀਆਂ ਨਹੀਂ ਬਰਦਾਸ਼ਤ ਕਰਦੀਆਂ। ਤੁਹਾਡੇ ਵਾਲੀਆਂ ਕਰ ਸਕਦੀਆਂ ਨੇ? ਨਹੀਂ ਕਰਦੀਆਂ। ਅਸੀਂ ਗਰਮੀਆਂ ਦੇ ਵਿੱਚ ਬੜਾ ਕੁਝ ਕਰਨੇ ਆ ਇਹਨਾਂ ਨਾਲ। ਕੀ ਕਰਦੇ ਹੋ? ਇਹਨਾਂ ਨੂੰ ਵੇਸਣ ਦਾ ਪਾਣੀ ਪਿਆਨੇ ਆ, ਕੌੜੀ ਖਲ ਪਿਆਨੇ ਆ। ਕਿੰਨਾ ਕੁ ਪਿਲਾਈ ਦਾ ਕਿੰਨੇ ਦਿਨਾਂ ਬਾਅਦ?
ਰੋਜ਼ ਪਿਆਓ, ਆਪਣੀ ਹਮੀਅਤ ਦੇ ਮੁਤਾਬਕ ਪਿਆਣਾ। ਪਿਆਉਂਦੇ ਰਹੀਏ ਤੇ ਠੀਕ ਰਹਿੰਦੀਆਂ ਨੇ। ਹਾਂ ਠੀਕ ਰਹਿੰਦੀ ਹੈ। ਗਰਮੀ ਹੈ, ਤੁਸੀਂ ਠੰਡਾ ਪਾਣੀ ਪਿਆਓਗੇ ਉਹਨਾਂ ਨੂੰ 2-2 3-3 ਵਾਰੀ ਦਿਹਾੜੀ ਦੇ ਵਿੱਚ ਪਿਆਓਗੇ ਤੇ ਉਹਨਾਂ ਦਾ ਫੇਲ ਜਿਹੜਾ ਠੀਕ ਰਹੇਗਾ। ਜੇ ਤੁਸੀਂ ਉਹੀ ਗੱਲ ਸਵੇਰੇ ਪਿਆ ਕੇ ਤੇ ਸ਼ਾਮੀ ਆਣ ਕੇ ਖੋਲਣੀ ਤੇ ਫਿਰ ਤੇ ਉਹਨਾਂ ਨੇ ਵੀ ਤੁਹਾਨੂੰ ਉਹ ਕੁਝ ਹੀ ਦੇਣਾ। ਬਿਲਕੁਲ ਸਹੀ ਹੈ, ਯਾਨੀ ਉਹਨਾਂ ਨੂੰ ਬਾਰ-ਬਾਰ ਠੰਡਾ ਪਾਣੀ ਹਾਂਜੀ, ਪਿਲਾਓ। ਆਪਣੇ ਨਾਲੋਂ ਭਾਜੀ ਇਹਨਾਂ ਦੀ ਸੇਵਾ ਜ਼ਿਆਦਾ ਕਰਨੀ ਪੈਂਦੀ ਹੈ। ਠੀਕ ਹੈ। ਤੇ ਫਰੀਜ਼ੀਅਨ ਸਾਹੀਵਾਲ ਕ੍ਰਾਸ ਦੀ ਜ਼ਿਆਦਾ ਤੋਂ ਜ਼ਿਆਦਾ ਇੱਥੇ ਕੀ ਐਵਰੇਜ ਰਹੀ ਤੁਹਾਡੇ ਕੋਲ ਕਾਦੀ ਮਸਲਾ? ਦੁੱਧ ਦੀ? ਦੁੱਧ ਇਹੋ ਹੀ ਆ ਫਰੀਜ਼ਨ ਦੀ ਗਾਈ ਜਿਹੜੀ ਕੋਈ 22 ਸਿਰ 23 ਸਿਰ ਦੁੱਧ ਕਰਦੀ ਹੈ। 22-23 ਸਿਰ? ਹਾਂ, ਜੇ ਬਹੁਤਾ ਕਿਸੇ ਨੂੰ ਤੁੰਨ ਕੇ ਵੰਡਾ ਪਾਈਏ ਨਾ ਤੇ ਫਿਰ ਡੰਗਰ ਬਰਬਾਦ ਕਰਨ ਵਾਲੀ ਗੱਲ ਹੈ। ਠੀਕ ਹੈ। ਜਿਹੜੀ 22-23 ਸਿਰ ਕੱਢਦੀ ਉਹ ਕਿੰਨਾ ਕੁ ਵੰਡਾ ਖਾਂਦੀ? ਉਹ ਵੰਡਾ ਖਾਂਦੀ ਹੈ ਧੜੀ 7 ਸਿਰ ਪੂਰੇ ਦਿਨ ਦਾ? ਪੂਰੇ ਦਿਨ ਦਾ। ਤੇ ਉਹ ਧੜੀ ਜ਼ਿਆਦਾਤਰ ਗਰਮ ਵੰਡਾ ਹੁੰਦਾ ਜਾਂ ਉਹ ਨਾਰਮਲ ਹੁੰਦਾ ਉਹਦੇ ਹਸੀਜੇ ਦੇ ਮੁਤਾਬਕ ਜਿਹੜਾ ਉਹਨੂੰ ਸਿਖਾਏਗਾ। ਇਹ ਫਰੀਜ਼ੀਅਨ ਸਾਹੀਵਾਲ ਕ੍ਰਾਸ ਨੂੰ ਸਰਦੀਆਂ 'ਚ ਕਿਹੜਾ ਵੰਡਾ ਦੇਣਾ ਚਾਹੀਦਾ ਤੇ ਗਰਮੀਆਂ 'ਚ ਕਿਹੜਾ ਦੇਣਾ? ਸਰਦੀਆਂ 'ਚ ਉਹਨੂੰ ਵਡੇਵਿਆਂ ਦੀ ਖਲ ਤੇ ਕਰਾ ਪਾਈ ਜਾਓ। ਠੀਕ ਹੈ। ਕੋਈ ਨਹੀਂ ਠੀਕ ਰਹੇਗਾ। ਤੇ ਗਰਮੀਆਂ ਦੇ ਵਿੱਚ ਕੌੜੀ ਖਲ ਜਿਹੜੀ ਹੈ ਨਾ ਇਹ ਤੇ ਇਹ ਕਰਾ ਜਿਹੜਾ ਪਾਣਾ। ਠੀਕ ਹੈ। ਹਰਾ ਪੱਠਾ ਇਹਨਾਂ ਨੂੰ ਕਿਹੜਾ ਪਾਣਾ? ਹਰਾ ਪੱਠਾ ਜਿਹੜਾ ਵੀ ਹੋਏ, ਜਿਹੜਾ ਵੀ ਲੱਭ ਜੇ। ਪੂਲੇ ਪੱਠੇ ਹੋਣਗੇ ਅੱਛੇ ਰਹਿਣਗੇ, ਜੇ ਸਖਤ ਹੋਣਗੇ ਤਾਂ ਉਹਨਾਂ ਦੀਆਂ ਦਾੜਾਂ ਹੀ ਲੜਨਗੀਆਂ। ਤੁਸੀਂ ਕਿੰਨੇ ਤੋਂ ਸਟਾਰਟ ਲਿਆ ਸੀ? ਸਾਡੇ ਕੋਲ ਤੇ ਪਹਿਲੇ 2-3 ਗਈਆਂ। ਹਾਂ, ਕਰਦਿਆਂ ਜੀ ਅੱਲਾ ਦਾ ਸ਼ੁਕਰ ਹੋਵੇ। ਲੋਕ ਕਹਿੰਦੇ ਨੇ ਕਿ ਗਾਈਆਂ ਦਾ ਦੁੱਧ ਜਿਹੜਾ ਉਹ ਵਿਕਦਾ ਨਹੀਂ, ਤੁਹਾਨੂੰ ਇਹਨਾਂ ਮਿਸਾਲ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ? ਕੀ ਮਤਲਬ? ਆਂਦੇ ਨੇ ਕਿ ਗਾਂ ਦਾ ਦੁੱਧ ਲੋਕ ਲੈਂਦੇ ਨਹੀਂ, ਮਤਲਬ ਕਈ ਗਾਈਆਂ ਵਾਲੇ। ਦੇਖੋ ਗੱਲ ਜਿਹੜਾ ਨਾਲ ਮਿੰਟ ਯਾਰ, ਗੱਲ ਤੇ ਉਹੀ ਆ ਗਈ। ਅਗਰ ਤੁਹਾਂ ਦੇਣੇ ਨੇ ਪੈਸੇ, ਠੀਕ ਹੈ, ਸੁਣਿਆ ਜੀ, ਹਾਂਜੀ, ਤੁਹਾਂ ਆਖਣਾ ਪਏ ਮੱਝ ਦਾ ਦੁੱਧ ਹੋਏ, ਗਾਈ ਦਾ ਹੀ ਕਾਲੀ ਗਾਈ ਦਾ ਦੁੱਧ ਤੇ ਪਤਲਾ ਹੁੰਦਾ। ਜੀ ਜੀ। ਜੇ ਪੈਸੇ ਥੋੜੇ ਹੋਏ ਤੇ ਫਿਰ ਤੁਹਾਂ ਗਾਈ ਦਾ ਵੀ ਚੁੱਕੀ ਜਾਣਾ। ਠੀਕ ਹੈ, ਇਹ ਗੱਲ ਹੈ ਨਾ। ਠੀਕ ਹੈ। ਤੇ ਗਾਈ ਦਾ ਦੁੱਧ ਜਿਹੜਾ ਨਾ ਵਿਕੇ ਨਾ ਤੁਹਾਂ ਲਿਆ ਤੇ ਕੋਈ ਘਰ ਚੱਲ ਗਿਆ, ਕੋਈ ਜਾਨ ਨੂੰ ਪਿਆ ਪੁੱਛ ਛੜਿਆ, ਯਾਨੀ ਨੁਕਸਾਨ ਨਹੀਂ ਦਿੰਦਾ। ਨੁਕਸਾਨ ਕਾਹਦਾ ਹੁੰਦਾ? ਇਸਤੇਮਾਲ ਹੋ ਜਾਂਦਾ। ਨੁਕਸਾਨ ਤੇ ਕੋਈ ਚੀਜ਼ ਵੀ ਨਹੀਂ ਦਿੰਦੀ, ਰੋਟੀ ਨੁਕਸਾਨ ਦਿੰਦੀ ਹੈ? ਬਿਲਕੁਲ ਨਹੀਂ। ਕੋਈ ਖਾਓਗੇ ਤੇ ਫੇਰ ਹੀ ਹੈ ਨਾ। ਬਿਲਕੁਲ। ਭਾਵੇਂ ਸੁੱਕੀ ਖਾ ਲਓ, ਹਲਵਾ ਪਕਾ ਕੇ ਖਾਓ, ਜਿਹੜੀ ਵੀ ਚੀਜ਼ ਖਾਓ, ਹਾਂਜੀ ਹਾਂਜੀ ਹਾਂਜੀ, ਫਾਇਦਾ ਹੀ ਹੋਏਗਾ ਨਾ। ਜਿਹੜੀ ਤੁਹਾਨੂੰ ਨੁਕਸਾਨ ਹੋਏ ਉਹ ਤੇ ਤੁਸੀਂ ਖਾਣੀ ਹੀ ਨਹੀਂ। ਬਿਲਕੁਲ ਸਹੀ। ਧੱਕੇ ਨਾਲ ਦੇਵ ਤਾਂ ਵੀ ਨਹੀਂ ਖਾਣੀ। ਯਾਨੀ ਅਗਰ ਬੰਦੇ ਦੁੱਧ ਨਹੀਂ ਖਰੀਦਣ ਦੇ ਤੇ ਤੁਸੀਂ ਬੱਚੇ ਨੂੰ ਪਿਲਾ ਲੋਗੇ ਤਾਂ ਬੱਚੇ ਦੀ ਸਿਹਤ 'ਚ ਫਾਇਦਾ ਹੋ ਜਾਏਗਾ। ਫਾਇਦਾ ਹੋ ਜਾਏਗਾ। ਬਿਹਤਰੀਨ। ਹਾਂ। ਕਈ ਲੋਕ ਕਰਦੇ ਨੇ ਕਿ ਮੱਝਾਂ ਦਾ ਦੁੱਧ ਵੇਚ ਲੈਂਦੇ ਨੇ ਤੇ ਮੱਝਾਂ ਦੇ ਬੱਚਿਆਂ ਨੂੰ ਗਾਈਆਂ ਦਾ ਦੁੱਧ ਪਿਲਾ ਲੈਂਦੇ ਨੇ। ਕੋਈ ਇਹੋ ਜਿਹੀ ਟੈਕਨੀਕ ਤੁਸੀਂ ਕਦੀ? ਉਹ ਵੀ ਠੀਕ ਹੈ। ਨਹੀਂ, ਆਹ ਨਹੀਂ ਕਦੇ ਕੀਤਾ ਨੇ ਪਰ ਠੀਕ ਹੈ, ਆਈਡੀਆ ਠੀਕ ਹੈ। ਆ ਚਲੋ, ਜਿਹੜਾ ਫਾਲਤੂ ਬਚ ਗਿਆ ਪਿਆਣਾ ਤੇ ਹੈ ਆਪਣਿਆ, ਜਿਹੜਾ ਬਾਜੇ ਉਹ ਤੇ ਪਿਆਣਾ ਹੀ ਹੈ, ਰੋਣਾ ਤੇ ਨਹੀਂ। ਠੀਕ ਹੈ। ਹੈ ਬਾਰਾ ਜਿਹੜਾ ਸ਼ਹਿਰਾਂ 'ਚ ਚੱਲਦਾ ਨਾ ਉਹਦੇ ਨਾਲ ਚੰਗਾ ਗਾਈਆਂ ਦਾ ਵੀ। ਹਾਂ, ਸਾਰੇ ਚੰਗਾ। ਜਿਹੜੀ ਅੱਲਾਹ ਸਾਰੀ ਦੁੱਧ ਤੁਸੀਂ ਸ਼ਹਿਰ ਆਪ ਹੀ ਦੇ ਕੇ ਆਉਂਦੇ ਹੋ? ਆਪੀ ਦੇਖਿਆ। ਸ਼ਹਿਰ ਬਾਜ਼ਾਰਾਂ 'ਚ ਲੈ ਕੇ ਜਾਂਦੇ ਹੋ? ਹਾਂਜੀ। ਤੇ ਸੌਖਾ ਹੀ ਸੇਲ ਹੋ ਜਾਂਦਾ? ਹਾਂ ਠੀਕ ਹੈ। ਜਿਹੜਾ ਲੱਗਾ ਹੈ ਜੋ ਲੋਕਾਂ ਨੇ ਹਲਵਾਈਆਂ ਕੋਲ ਲਾਇਆ ਕਿ ਲੋਕਾਂ ਨੇ ਨਹੀਂ ਘਰਾਂ 'ਚ ਲਾਇਆ, ਹਲਵਾਈ ਨਹੀਂ ਦੁੱਧ ਨਹੀਂ ਦੇਣਾ। ਹਲਵਾਈ ਵਾ ਠੀਕ ਨਹੀਂ ਰਹਿੰਦਾ, ਯਾਨੀ ਘਰਾਂ 'ਚ ਦੁੱਧ ਖੁਦ ਸੇਲ ਕਰਕੇ ਆਓ ਤੇ ਫੇਰ ਹੀ ਫਾਇਦਾ। ਹਾਂ ਫੇਰ ਹੀ ਫਾਇਦਾ। ਤੁਸੀਂ ਇਹ ਕਿੰਨੇ ਬੰਦੇ ਰਲ ਕੇ ਜਾਨਵਰ ਸੰਭਾਲਦੇ? ਉਹ ਬੰਦਿਆਂ ਦੇ ਉਸ ਤਰ੍ਹਾਂ ਲਾਓ ਤੁਸੀਂ, ਸਾਰੇ ਘਰ ਦੇ। ਸਾਰੇ ਘਰ ਦੇ ਮੁਲਾਜ਼ਮ ਕੋਈ ਨਹੀਂ ਰੱਖੇ? ਕੋਈ ਮੁਲਾਜ਼ਮ ਨਹੀਂ, 6-7 ਜਣੇ ਆ ਜਿਹੜੇ ਪੱਠੇ ਪਾਉਂਦੇ ਨੇ। ਯਾਨੀ ਹਰ ਇੱਕ ਨੇ ਮੁਖਤਲਿਫ ਹਿੱਸੇ ਆਪਣੇ ਕੰਮ ਦੇ ਡਿਵਾਈਡ ਕੀਤੇ? ਹਾਂ, ਰਲ ਮਿਲ ਕੇ ਕੰਮ ਕਰਨਾ। ਠੀਕ ਹੈ। ਕਿਸੇ ਟਾਈਮ ਕੋਈ ਨਹੀਂ ਵੀ ਆਇਆ ਤਾਂ ਵੀ ਟਾਈਮ ਲੰਘ ਗਿਆ, ਤੇ ਜੇ ਆ ਗਿਆ ਤਾਂ ਵੀ ਲੰਘ ਗਿਆ। ਤੇ ਫਿਰ ਨਿਚੋੜ ਕੀ ਨਿਕਲਦਾ ਹੈ ਕਿ ਬਾਹਰ ਜਾ ਕੇ ਕੰਮ ਕਰਨਾ ਠੀਕ ਹੈ ਜਾਂ ਇੱਥੇ ਰਹਿ ਕੇ ਘਰ ਦਿਆਂ ਜੀਆਂ ਕੋਲ ਰਹਿ ਕੇ ਕੰਮ ਕਰਨਾ ਠੀਕ ਹੈ? ਨਹੀਂ ਹੈ ਤੇ ਘਰ ਤੇ ਜੀਆਂ 'ਚ ਜਿਹੜਾ ਰਹਿਣਾ, ਆਪਣੇ ਭੈਣ ਭਰਾਵਾਂ ਦੇ ਵਿੱਚ ਰਹਿਣਾ ਹੈ ਤੇ ਉਹੋ ਹੀ ਹੈ। ਉਹੋ ਹੀ ਹੈ ਜ਼ਿੰਦਗੀ, ਉਹੋ ਹੀ ਹੈ। ਪਰਦੇਸ ਤੇ ਪਰਦੇਸ ਹੀ ਬਾਹਰ ਤੇ ਉਹਨੂੰ ਭਾਜੀ ਹੱਸ ਕਰਕੇ ਭੇਜਦੇ ਨੇ ਕਿ ਉਹਨੂੰ ਉਹਨਾਂ ਹੱਥੇ ਜਦੋਂ ਮੁੜਦਾ ਜੋ ਨਹੀਂ। ਹਾਂ, ਰਫੜ ਭਾਈ ਰੱਖਦਾ, ਮੈਂ ਨਹੀਂ ਆ ਕਰਨਾ, ਨਹੀਂ ਇੰਜ ਕਰਨਾ। ਉਹ ਬਾਹਰ ਜਾਂਦਾ, ਜਦੋਂ 4 ਦਿਨ ਧੱਕੇ ਲੱਗਦੇ ਨੇ ਤੇ ਆਪੇ ਹੀ ਮੁਸਲਮਾਨ ਹੋ ਜਾਂਦਾ। ਉਹ ਆਣ ਕੇ ਸਾਰੇ ਕੰਮ ਪਿਆ ਕਰਦਾ। ਘਰ ਇੱਥੇ ਰਹਿ ਕੇ ਮਿਹਨਤ ਕਰੀਏ ਤੇ ਅੱਲਾਹ ਦਿੰਦਾ ਕਿ ਨਹੀਂ ਦਿੰਦਾ? ਤੇ ਰੱਬ ਦੀ ਜ਼ਾਤ ਰੋਟੀ ਰੋਜ਼ ਦਾ ਵਾਰਸ ਹੈ, ਜਿਹੜੀ ਤੁਹਾਡੀ ਕਿਸਮਤ 'ਚ ਮਿਲ ਜਾਣੀ। ਇਮਾਨਦਾਰੀ ਨਾਲ ਮਿਹਨਤ ਕਰੋ। ਬਿਲਕੁਲ। ਤੇ ਫਿਰ ਹੁਣ ਅਸੀਂ ਇੱਥੋਂ ਨਤੀਜਾ ਇਹੋ ਕਰੀਏ ਕਿ ਚੰਗੇ ਸੋਹਣੀ ਰਾਤ ਵਾਲੇ ਜਾਨਵਰ ਰੱਖੋ, ਭਾਵੇਂ ਮੱਝਾਂ ਰੱਖੋ ਤੇ ਭਾਵੇਂ ਗਾਈਆਂ। ਤੇ ਗਾਈਆਂ ਰੱਖਣੀਆਂ ਤੇ ਫਰੀਜ਼ੀਅਨ ਤੇ ਸਾਹੀਵਾਲ ਦਾ ਕ੍ਰਾਸ ਰੱਖੋ। ਤੇ ਗਰਮੀਆਂ 'ਚ ਇਸ਼ੂ ਪੈਂਦਾ ਤੇ ਫਿਰ ਵੇਸਣ ਦਾ ਤੇ ਕੋੜੀ ਖਾਲ ਦਾ ਪਾਣੀ ਪਿਲਾਓ। ਇਹ ਅੱਜ ਦੀ ਵੀਡੀਓ ਦਾ ਨਿਚੋੜ ਹੈ। ਇਹ ਦੱਸਿਓ ਕਿ ਗਾਈਆਂ ਦਾ ਦੁੱਧ ਜਿਹੜਾ ਵੇ ਵੇਚਣ ਤੁਹਾਨੂੰ ਮਸਲਾ ਤਾਂ ਨਹੀਂ ਕਦੀ ਪੇਸ਼ ਆਇਆ? ਬਣਦਾ ਮਸਲਾ, ਕਾਫੀ ਸਾਰਾ ਬਣਦਾ ਮਸਲਾ। ਬਹੁਤ ਮਸਲਾ ਬਣਦਾ। ਹੱਲ ਫਿਰ ਕੀ ਕਰਦੇ ਹੋ? ਹੱਲ ਫਿਰ ਆਈਏ ਕਿ ਜਦੋਂ ਨਾ ਲੱਗੇ ਤੇ ਰੋਲ ਜਿਹੜੇ ਜਾ ਹੁੰਦੇ ਨੇ ਵੱਛੀਆਂ ਵਿੱਚ, ਇਹਨਾਂ ਨੂੰ ਰੱਜ ਕੇ ਪਿਆ ਕੇ ਤੇ ਇਹਨਾਂ ਨੂੰ ਬਾਹਰ ਖੋਲਿਆ, ਅੱਧਾ ਘੰਟਾ ਦੌੜਾ ਲਾਣਗੇ ਤੇ ਹਜ਼ਮ ਕਰ ਜਾਣਗੇ। ਇਹ ਤਜਰਬਾ ਤੁਸੀਂ ਕਰ ਚੁੱਕੇ ਹੋ? ਹਾਂ। ਕਦੋਂ? ਇਹ ਪਿਛਲੇ ਸਾਲ ਦਾ। ਕਿਸ ਤਰ੍ਹਾਂ ਕਿੰਨੇ ਜਾਨਵਰ ਤੁਹਾਡੇ ਸੂਏ ਇਕੱਠੇ? 6 ਜਾਨਵਰ ਇਕੱਠੇ ਸੂਏ ਹਨ। ਅੱਛਾ। ਤੇ ਅਸੀਂ ਮੈਂ ਜਾ ਖੋਲਣੇ ਨੇ, ਉਹਨਾਂ ਰੱਜ ਜਾਣਾ, ਪੀ ਕੇ ਉਹਨਾਂ 4 ਅੱਧਾ ਘੰਟਾ ਦੌੜਾ ਲਾਣੀ, ਨੇ ਹਜ਼ਮ ਕਰ ਜਾਣਾ। ਯਾਨੀ ਜਿਹੜਾ ਬਾਦਸਮੀ ਦਾ ਮਸਲਾ ਉਹਦਾ ਹੱਲ ਹੈ, ਕੋਈ ਜੜਵਾਓ ਉਹਨਾਂ ਨੂੰ। ਕੋਈ ਕਿਸੇ ਕਿਸਮ ਦੀ ਕੋਈ ਟੈਨਸ਼ਨ ਨਹੀਂ ਬਣਦੀ ਉਹਨਾਂ ਨੂੰ। ਠੀਕ ਹੈ। ਟੈਨਸ਼ਨ ਉਹਦੀ ਬਣਨੀ ਜਦੋਂ ਤੁਸੀਂ ਖਾ ਕੇ ਤੇ ਘਰ ਲੰਮੇ ਪੈ ਰਹਿਣਾ। ਠੀਕ ਹੈ।
ਉਦੋਂ ਟੈਨਸ਼ਨ ਹੀ ਬਣਨੀ, ਮੇਦੇ ਖਰਾਬ ਹੋਣਾ ਤੁਹਾਡਾ। ਯਾਨੀ ਕਿ ਉਹ ਲੋਕਾਂ ਨੂੰ ਦੁੱਧ ਜ਼ਾਇਆ ਨਹੀਂ ਕਰਨਾ ਚਾਹੀਦਾ ਔਰ ਨਾ ਪਰੇਸ਼ਾਨ ਹੋਣਾ ਕਸਰ ਨਿਕਲ ਜਾਂਦੀ ਹੈ, ਨਿਕਲ ਜਾਂਦੀ ਕਸਰ। ਯਾਨੀ ਜਿਹੜਾ ਦੁੱਧ ਦੀ ਕੀਮਤ ਉਹ ਜਾਨਵਰਾਂ 'ਚ ਰੁਪਈਏ ਹੋ ਜਾਂਦੀ। ਜ਼ਿੰਦਾਬਾਦ। ਮਿਹਰਬਾਨੀ ਸਰ, ਤੁਸੀਂ ਬੜੀ ਅੱਛੀ ਗੁਫ਼ਤਗੂ ਕੀਤੀ ਹੈ। ਆਖਰੀ ਪੈਗਾਮ ਦੇ ਤੌਰ ਤੇ ਕੋਈ ਖਾਸ ਗੱਲ ਜਿਹੜੀ ਤੁਸੀਂ ਜ਼ਿਮੀਂਦਾਰ ਭਰਾਵਾਂ ਨੂੰ ਦੇਣਾ ਚਾਹੋ ਮੈਸੇਜ ਦੇ ਤੌਰ ਤੇ ਆਪਣੀ ਤਰਫੋਂ ਜ਼ਰੂਰ ਕਹੋ, ਅਸੀਂ ਚਾਹਾਂਗੇ ਇੱਕ ਗੱਲ ਕੋਈ ਜ਼ਰੂਰ ਯਾਨੀ ਕੋਈ ਦਿਲ ਦੀ ਗੱਲ ਜਿਹੜੀ ਕੋਈ ਵੀ ਆਪਣੀ। ਭਈ ਇੱਕ ਤਗੜਾ ਬੰਦਾ ਪੈਸੇ ਵਾਲਾ ਉਹ ਡੰਗਰ ਨੂੰ 10 ਕਿਲੋ ਵੱਡਾ ਪਾਉਂਦਾ, ਪੱਠੇ ਚੰਗੇ ਪਾਉਂਦਾ, ਤੇ ਉਹ ਤੇ ਡੰਗਰ ਵੀ ਤਗੜਾ, ਆਪੇ ਵੀ ਤਗੜਾ। ਤੇ ਇੱਕ ਜਿਹੜਾ ਮਾੜਾ ਹੈ ਜਿਹਦੇ ਕੋਲ ਗੁੰਜਾਇਸ਼ ਨਹੀਂ, ਉਹ ਡੰਗਰ ਵੀ ਮਾੜਾ ਤੇ ਬੰਦਾ ਵੀ ਮਾੜਾ। ਆਪ ਮਾੜਾ ਹੈ ਜਿਹੜਾ ਮਾੜਾ ਬੰਦਾ ਹੈ ਜਿਹੜਾ ਉਹਨੂੰ ਡੰਗਰ ਖਾ ਜਾਂਦਾ, ਤੇ ਜਿਹੜਾ ਤਗੜਾ ਉਹ ਡੰਗਰ ਨੂੰ ਖਾ ਜਾਂਦਾ। ਜ਼ਿੰਦਾਬਾਦ। ਬਹੁਤ ਸ਼ੁਕਰੀਆ ਜੀ। ਇਹੋ ਹੀ ਜ਼ਿਕਰ ਹੈ।